ਡੀਅਰ ਸਟੂਡੈਂਟਸ, ਵੈਲਕਮ ਅਗੇਨ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਐਨਕਲਚਰੇਸ਼ਨ। ਐਨਕਲਚਰੇਸ਼ਨ ਦਾ ਇਹਦੇ ਵਿੱਚ ਅਸੀਂ ਮੀਨਿੰਗ ਅਤੇ ਇਹਦੇ ਜਿਹੜੇ ਐਲੀਮੈਂਟਸ ਨੇ ਅਤੇ ਇਹਦੇ ਜਿਹੜੇ ਕਰੈਕਟਰਿਸਟਿਕਸ ਨੇ ਉਹ ਕਰਾਂਗੇ। ਇਹ ਨਾਲ ਤੁਹਾਡਾ ਜਿਹੜਾ ਟੌਪਿਕ ਆ ਉਹ ਕੰਪਲੀਟ ਹੋ ਜਾਏਗਾ। ਸਭ ਤੋਂ ਪਹਿਲਾਂ ਅਸੀਂ ਇਹਦਾ ਜਿਹੜਾ ਮੀਨਿੰਗ ਆ ਉਹ ਕਲੀਅਰ ਕਰਾਂਗੇ। ਉਹ ਪ੍ਰੋਸੈਸ ਜਿਹਦੇ ਦੁਆਰਾ ਜਿਹੜਾ ਨੌਜਵਾਨ ਹੈ, ਸਮਾਜ ਦੇ ਜਿਹੜੇ ਸਾਡੇ ਪੁਰਾਣੇ ਢੰਗ ਨੇ, ਰਵਾਇਤੀ ਢੰਗ ਨੇ, ਉਹਨਾਂ ਨੂੰ ਸਿੱਖਦੇ ਨੇ, ਇਹਨੂੰ ਕਿਹਾ ਜਾਂਦਾ ਹੈ ਐਨਕਲਚਰੇਸ਼ਨ, ਸੰਸਕ੍ਰਿਤੀਕਰਨ। ਅਤੇ ਇਹ ਜਿਹੜਾ ਵਰਡ ਹੈ ਸੰਸਕ੍ਰਿਤੀਕਰਨ ਮੀਨਜ਼ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਲਚਰ ਹੈ, ਕਿਸੇ ਵੀ ਕੰਟਰੀ ਦਾ, ਕਿਸੇ ਵੀ ਸਟੇਟ ਦਾ ਕਹਿ ਲਓ, ਉਹਨੂੰ ਉਹਦੇ ਜਿਹੜੇ ਪੁਰਾਣੇ ਰੀਤੀ ਰਿਵਾਜ ਨੇ, ਜਿਹੜੇ ਸਾਰੇ ਢੰਗ ਨੇ, ਉਹਨਾਂ ਨੂੰ ਅਡੋਪਟ ਕਰਨ ਨੂੰ ਕਿਹਾ ਜਾਂਦਾ ਹੈ। ਇਹ ਇੱਕ ਉੱਚ ਵਿਕਸਿਤ ਸਮਾਜ ਦੇ ਵਿੱਚ ਬਹੁਤ ਹੀ ਜਿਹੜਾ ਕੰਪਲੀਕੇਟਡ ਪ੍ਰੋਸੈਸ ਹੈ, ਜਿਹਦੇ ਵਿੱਚ ਬੱਚਾ ਆਪਣੇ ਖੁਦ ਦੀ ਜਿਹੜੀ ਵਿਅਕਤੀਗਤ ਬਣਾਵਟ ਦੇ ਨਾਲ ਦੁਨੀਆ ਦੇ ਵਿੱਚ ਆਉਂਦਾ ਹੈ। ਸੱਭਿਆਚਾਰ ਨੂੰ ਸਿੱਖਣ ਦਾ ਸਭ ਤੋਂ ਜਿਹੜਾ ਆਮ ਅਤੇ ਸੌਖਾ ਤਰੀਕਾ ਹੈ ਉਹ ਇਹ ਹੁੰਦਾ ਹੈ ਕਿ ਉਹਨੇ ਸਮਾਜ ਦੇ ਵਿੱਚ ਹਿੱਸਾ ਲੈਣਾ ਹੁੰਦਾ ਹੈ। ਹਿੱਸਾ ਲੈਣ ਦੇ ਲਈ ਜਿਹੜੇ ਨਿਯਮ ਨੇ, ਕੋਈ ਡਾਇਰੈਕਸ਼ਨਸ ਨੇ, ਕੋਈ ਰੀਤੀ ਰਿਵਾਜ ਨੇ, ਕਦਰਾਂ ਕੀਮਤਾਂ ਨੇ, ਅਤੇ ਜਿਹੜੇ ਕੋਈ ਸਕਿੱਲਸ ਨੇ, ਉਹਨਾਂ ਨੂੰ ਸਿੱਖਣ ਦੀ ਪ੍ਰਕਿਰਿਆ ਨੂੰ ਅਸੀਂ ਕਹਾਂਗੇ ਐਨਕਲਚਰੇਸ਼ਨ। ਹੁਣ ਇੱਕ ਜਿਹੜੀ ਡੈਫੀਨੇਸ਼ਨ ਅਸੀਂ ਉਹ ਕਲੀਅਰ ਕਰਦੇ ਹਾਂ। ਅਕੋਰਡਿੰਗ ਟੂ ਕਿਮ, ਜਿੱਥੇ ਬੱਚਾ ਪਹਿਲਾਂ ਇਹ ਸਿੱਖਦਾ ਹੈ ਕਿ ਦੂਜਿਆਂ ਦੀ ਸੰਗਤ ਵਿੱਚ ਕਿਵੇਂ ਰਹਿਣਾ ਹੈ। ਬਾਲਗ ਅਵਸਥਾ ਵਿੱਚ ਇਹ ਜਿਹੜੀ ਸਿਖਲਾਈ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੀ ਥਾਂ ਹੈ ਉਹ ਬਣਾ ਲੈਂਦੀ ਹੈ, ਅਤੇ ਉਹ ਆਪਣੇ ਸੱਭਿਆਚਾਰ ਦੇ ਲੋਕਾਂ ਦੇ ਨਾਲ ਆਸਾਨੀ ਨਾਲ ਸੰਵਾਦ ਸਥਾਪਿਤ ਕਰ ਸਕਦੇ ਹਨ, ਮੀਨਸ ਗੱਲਬਾਤ ਕਰ ਸਕਦੇ ਹਨ। ਇਸ ਤਰ੍ਹਾਂ ਸੰਸਕ੍ਰਿਤੀਕਰਨ ਇੱਕ ਅਜਿਹੀ ਪ੍ਰਕਿਰਿਆ ਬਣ ਜਾਂਦੀ ਹੈ ਜਿਸ ਵਿੱਚ ਵਿਅਕਤੀ ਸਮਾਜ ਵਿੱਚ ਵਿਚਰਦੇ ਹੋਏ, ਮੀਨਜ਼ ਉਸੇ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਸਾਲਾਂ ਮਿੱਦੀ ਮੀਨਜ਼ ਜਿੰਨੇ ਸਾਲਾਂ ਤੋਂ ਰਹਿੰਦਾ ਆ ਰਿਹਾ, ਇੱਕ ਜਿਹੜਾ ਐਕਸਪੀਰੀਅੰਸ ਆ ਉਹ ਪ੍ਰਾਪਤ ਕਰ ਲੈਂਦੇ ਨੇ, ਅਤੇ ਆਪਣੇ ਆਸ-ਪਾਸ ਦੀਆਂ ਜਿਹੜੀਆਂ ਸੱਭਿਆਚਾਰਕ ਸ਼ਕਤੀਆਂ ਨੇ ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਹੋਏ ਉਹਨਾਂ ਨੂੰ ਅਪਣਾ ਲੈਂਦੇ ਨੇ। ਜੇਕਰ ਅਸੀਂ ਫਾਰਮਲੀ ਗੱਲ ਕਰੀਏ ਤਾਂ ਸਿੱਖਿਆ ਜੋ ਕਿ ਇੱਕ ਸਧਾਰਨ ਢੰਗ ਨਾਲ ਮਿਲਦੀ ਹੈ ਬੱਚੇ ਨੂੰ, ਫਾਰਮਲ ਲੈਂਦਾ ਹੈ ਐਜੂਕੇਸ਼ਨ, ਇਹਦੇ ਵਿੱਚ ਸਮਾਜ ਦੇ ਨਿਯਮਾਂ ਦੇ ਨਾਲ ਉਹਦੇ ਪਰਿਵਾਰ ਤੋਂ ਸੁਤੰਤਰ ਹੋ ਕੇ ਕੰਮ ਕਰਨ ਦੀ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਂਦੀ ਹੈ। ਗੱਲਬਾਤ ਕਰਨਾ ਕਿਵੇਂ ਸਿੱਖਦੇ ਹਾਂ, ਕਿਵੇਂ ਵਿਵਹਾਰ ਕਰਨਾ, ਕਿਵੇਂ ਸੋਚਣਾ, ਇਹ ਸੱਭਿਆਚਾਰ ਦਾ ਜਿਹੜਾ ਸੰਚਾਰਨ ਹੈ ਇੱਕ ਰਸਮੀ ਢੰਗ ਦੇ ਨਾਲ ਹੁੰਦਾ ਹੈ। ਅਤੇ ਇਹਦੇ ਲਈ ਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਜਿਹੜੀ ਕਿਸਮ ਦੀ ਟ੍ਰੇਨਿੰਗ ਹੈ, ਸਿਖਲਾਈ ਹੈ, ਉਹ ਦਿੱਤੀ ਜਾਂਦੀ ਹੈ। ਅਤੇ ਜਿਹੜੀ ਸਿਖਲਾਈ ਹੈ ਉਹ ਇਹਨਾਂ 4 ਤੱਤਾਂ ਦੇ ਉੱਪਰ ਨਿਰਭਰ ਕਰਦੀ ਹੈ। 4 ਤੱਤ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ। ਸਭ ਤੋਂ ਪਹਿਲਾਂ ਹੈ ਸਮਾਜ ਦੇ ਸੱਭਿਆਚਾਰ ਦੀ ਸਮਝ। ਜਿਸ ਸਮਾਜ ਦੇ ਵਿੱਚ ਬੱਚਾ ਰਹਿ ਰਿਹਾ ਹੈ ਉਹਦਾ ਕਲਚਰ ਕਿਹੋ ਜਿਹਾ ਹੈ, ਉਹਦੇ ਬਾਰੇ ਸਹੀ ਤਰੀਕੇ ਨਾਲ ਬੱਚੇ ਨੂੰ ਸਮਝਾਉਣਾ, ਕਿਉਂਕਿ ਜੇਕਰ ਉਹਨੂੰ ਕਲਚਰ ਦੀ ਸਮਝ ਹੋਏਗੀ ਫਿਰ ਹੀ ਉਹਦਾ ਅੱਛੇ ਢੰਗ ਦੇ ਨਾਲ ਜਿਹੜਾ ਐਨਕਲਚਰੇਸ਼ਨ ਹੈ ਉਹਦਾ ਸੰਸਕ੍ਰਿਤੀਕਰਨ ਹੋ ਸਕਦਾ ਹੈ। ਦੂਸਰਾ ਹੈ ਵਿਅਕਤੀਗਤ ਦੀ ਸਮਝ, ਮੀਨਜ਼ ਇੰਡੀਵਿਜੂਅਲ ਬਾਰੇ ਗਿਆਨ, ਆਪਣੇ ਆਪ ਬਾਰੇ ਵੀ ਅਤੇ ਦੂਸਰਿਆਂ ਬਾਰੇ ਵੀ ਉਹਨੂੰ ਜਿਹੜੀ ਸਮਝ ਹੈ ਉਹ ਹੋਣੀ ਜ਼ਰੂਰੀ ਹੈ, ਕਿਉਂਕਿ ਹਰ ਵਿਅਕਤੀ ਦਾ ਜਿਹੜਾ ਗੱਲਬਾਤ ਕਰਨ ਦਾ ਢੰਗ ਹੈ, ਉਹਦਾ ਜੋ ਬਿਹੇਵੀਅਰ ਹੈ, ਸਭ ਦਾ ਵੱਖਰਾ ਵੱਖਰਾ ਹੁੰਦਾ ਹੈ। ਤੀਸਰਾ ਹੈ ਵਿਅਕਤੀਗਤ ਅਤੇ ਅਚੇਤ ਤਰੀਕਿਆਂ ਦੀ ਸਮਝ। ਅਚੇਤ ਹੁੰਦੇ ਨੇ ਅਨਕੌਨਸ਼ੀਅਸ, ਜਿਸ ਦੁਆਰਾ ਬੱਚੇ ਸੱਭਿਆਚਾਰਕ ਨਮੂਨੇ ਨੂੰ ਪ੍ਰਾਪਤ ਕਰਦੇ ਹਨ। ਮੀਨਜ਼ ਜਦੋਂ ਅਸੀਂ ਕੁਛ ਵੀ ਸਿੱਖਦੇ ਹਾਂ ਤਾਂ ਉਹ ਅਸੀਂ ਅਨਕੌਨਸ਼ੀਅਸ ਮਾਈਂਡ ਦੇ ਨਾਲ ਸਿੱਖਦੇ ਹਾਂ, ਕਿਉਂਕਿ ਅਸੀਂ ਕੁਛ ਗੱਲਾਂ ਐਵੇਂ ਦੀਆਂ ਹੁੰਦੀਆਂ ਜਿਹੜੇ ਕਿ ਅਸੀਂ ਸੋਚ ਸਮਝ ਕੇ ਨਹੀਂ ਸਿੱਖਦੇ। ਅਸੀਂ ਡੇਲੀ ਰੂਟੀਨ ਦੇ ਵਿੱਚ ਜਿਵੇਂ ਦੀਆਂ ਗੱਲਾਂ ਘਟਨਾਵਾਂ ਵਾਪਰਦੀਆਂ ਦੇਖਦੇ ਹਾਂ, ਜਾਂ ਜਿਵੇਂ ਦੇ ਕੋਈ ਰੀਤੀ ਰਿਵਾਜ ਨੂੰ ਘਰ ਦੇ ਵਿੱਚ ਫੋਲੋ ਕੀਤਾ ਜਾਂਦਾ ਹੈ, ਉਹਨੂੰ ਹੌਲੀ ਹੌਲੀ ਜਿਹੜੇ ਬੱਚੇ ਨੇ ਉਹ ਆਪਣੇ ਆਪ ਹੀ ਸਿੱਖ ਲੈਂਦੇ ਨੇ। ਇੱਥੇ ਸੁਸਾਇਟੀ ਦੇ ਵਿੱਚ ਬੱਚਿਆਂ ਦੇ ਪਾਲਣ ਪੋਸ਼ਣ ਦੇ ਜਿਹੜੇ ਅਭਿਆਸ ਨੇ ਉਹਨਾਂ ਦਾ ਅਧਿਐਨ ਕਰਨ ਦੇ ਵਿੱਚ ਵੀ ਬਹੁਤ ਜਿਹੜੀ ਮਦਦ ਆ ਉਹ ਮਿਲਦੀ ਹੈ। ਹੁਣ ਹਰ ਇੱਕ ਸੁਸਾਇਟੀ ਦੇ ਵਿੱਚ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਹੈ ਉਹ ਵੀ ਅਲੱਗ-ਅਲੱਗ ਢੰਗ ਦੇ ਨਾਲ ਕੀਤਾ ਜਾਂਦਾ ਹੈ, ਕਿਉਂਕਿ ਕਿਤੇ ਕਿਸੇ ਤਰ੍ਹਾਂ ਦਾ ਹੁੰਦਾ ਹੈ, ਕਿਤੇ ਕਿਸੇ ਤਰ੍ਹਾਂ ਦੀਆਂ ਚੇਂਜਸ ਹੁੰਦੀਆਂ ਨੇ। ਫਿਰ ਇਸ ਗੱਲ ਦੀ ਸਮਝ ਕਿ ਅਜੋਕੇ ਸਮੇਂ ਅਤੇ ਸਮਾਜ ਵਿੱਚ ਭਵਿੱਖ ਦੀਆਂ ਜ਼ਰੂਰਤਾਂ ਦੀ ਰੌਸ਼ਨੀ ਵਿੱਚ ਕਿਸ ਤਰ੍ਹਾਂ ਸੰਚਾਰਿਤ ਹੋਣ ਦੀ ਜ਼ਰੂਰਤ ਹੈ, ਮੀਨਜ਼ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਉੱਥੇ ਅਸੀਂ ਸੰਚਾਰਿਤ ਕਰਨਾ ਹੈ। ਸੰਚਾਰਿਤ ਕਰਨ ਦਾ ਮਤਲਬ ਕਿ ਅਸੀਂ ਇੱਕ
ਜਿਹੜਾ ਸਾਡੇ ਕੋਈ ਵੀ ਪੁਰਾਣੇ ਰੀਤੀ ਰਿਵਾਜ ਨੇ, ਜਿਵੇਂ ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪਹੁੰਚਦੇ ਨੇ। ਹੁਣ ਇਹਦੇ ਵਿੱਚ ਵੀ ਸੇਮ ਐਵੇਂ ਹੈ ਕਿ ਅਜੋਕੇ ਟਾਈਮ ਅਤੇ ਸਮਾਜ ਵਿੱਚ ਹੁਣ ਭਵਿੱਖ ਦੀਆਂ ਜ਼ਰੂਰਤਾਂ ਦੀ ਰੋਸ਼ਨੀ, ਕਿਉਂਕਿ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਹਾਂ ਅਸੀਂ ਆਪਣੇ ਫਿਊਚਰ ਦੇ ਲਈ ਕਰ ਰਹੇ ਹਾਂ। ਇਸ ਕਰਕੇ ਉੱਥੇ ਕੀ ਦੇਖਣਾ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਨੇ ਸੰਚਾਰਿਤ ਹੋਣਾ ਹੈ, ਕਿਸ ਤਰੀਕੇ ਨਾਲ ਅਸੀਂ ਨੇ ਵਿਚਰਨਾ ਹੈ। ਹੁਣ ਅਸੀਂ ਕਰਾਂਗੇ ਕਰੈਕਟਰਿਸਟਿਕਸ ਆਫ ਐਨਕਲਚਰੇਸ਼ਨ, ਸੰਸਕ੍ਰਿਤੀਕਰਨ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਇਟ ਇਜ਼ ਏ ਪ੍ਰੋਸੈਸ ਆਫ ਟੀਚਿੰਗ। ਇਹਦਾ ਜਿਹੜਾ ਮੇਨ ਹੈਡਿੰਗ ਹੋ ਗਿਆ ਉਹ ਪ੍ਰੋਸੈਸ ਆਫ ਟੀਚਿੰਗ। ਹੁਣ ਕਿਸ ਤਰ੍ਹਾਂ ਦਾ ਐਨ ਇੰਡੀਵਿਜੂਅਲ ਦ ਨੋਰਮਸ ਐਂਡ ਵੈਲਿਊਜ਼ ਆਫ ਕਲਚਰ ਥਰੂ ਅਨਕੌਨਸ਼ੀਅਸ ਰੈਪੀਟੀਸ਼ਨ। ਜਿਵੇਂ ਕਿ ਹੁਣੇ ਅਸੀਂ ਗੱਲ ਕੀਤੀ ਸੀ ਕਿ ਜਿਹੜੇ 4 ਇਹਦੇ ਵਿੱਚ ਸਟੈਪਸ ਨੇ ਇਸ ਪ੍ਰੋਸੈਸ ਦੇ, ਤਾਂ ਉਹਦੇ ਵਿੱਚ ਅਨਕੌਨਸ਼ੀਅਸ ਜਿਹੜੀ ਰੈਪੀਟੀਸ਼ਨ ਹੁੰਦੀ ਰਹਿੰਦੀ ਹੈ, ਮੀਨਸ ਅਚੇਤਨ ਮਨ ਦੇ ਨਾਲ ਉਹਨਾਂ ਨੂੰ ਬੱਚਾ ਸਿੱਖਦਾ ਰਹਿੰਦਾ ਹੈ। ਹੁਣ ਇਹ ਕਿ ਇੱਕ ਟੀਚਿੰਗ ਦਾ ਪ੍ਰੋਸੈਸ ਹੈ, ਇਹ ਇੱਕ ਇੰਡੀਵਿਜੂਅਲ ਨੂੰ ਪੜ੍ਹਾਉਣ ਦਾ ਢੰਗ ਹੈ ਜਿਹਦੇ ਵਿੱਚ ਨੋਰਮਸ ਹੁੰਦੇ ਨੇ, ਕੋਈ ਵੀ ਸੁਸਾਇਟੀ ਦੇ ਮਾਪਦੰਡ, ਰੂਲਸ ਐਂਡ ਰੈਗੂਲੇਸ਼ਨ ਅਤੇ ਉੱਥੋਂ ਦੀਆਂ ਵੈਲਿਊਜ਼। ਇਹਨਾਂ ਨੂੰ ਜਿਹੜਾ ਕੋਈ ਵੀ ਬੱਚਾ ਹੈ ਉਹ ਅਨਕੌਨਸ਼ੀਅਸ ਮਾਈਂਡ ਨਾਲ ਸਿੱਖਦਾ ਰਹਿੰਦਾ ਅਤੇ ਇਹਦੇ ਨਾਲ ਜਿਹੜੀ ਉਹਦੀ ਐਨਕਲਚਰੇਸ਼ਨ ਆ ਉਹ ਹੁੰਦੀ ਰਹਿੰਦੀ ਹੈ। ਸੈਕਿੰਡ ਹੈ ਸੋਸ਼ਲਾਈਜੇਸ਼ਨ, ਸਮਾਜੀਕਰਨ। ਬੱਚਾ ਜਿਸ ਕਿਸੇ ਵੀ ਸੱਭਿਆਚਾਰ ਦੇ ਵਿੱਚ ਜਨਮ ਲੈਂਦਾ ਹੈ ਉਹ ਉਸ ਸੱਭਿਆਚਾਰ ਨੂੰ ਆਪਣੇ ਸੱਭਿਆਚਾਰ ਵਾਂਗ ਹੀ ਸਿੱਖਦਾ ਹੈ ਅਤੇ ਇਹਨੂੰ ਕੀ ਕਿਹਾ ਜਾਂਦਾ ਹੈ, ਸੋਸ਼ਲਾਈਜੇਸ਼ਨ। ਮੀਨਸ ਜਦੋਂ ਅਸੀਂ ਦੇਖੋ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ ਉੱਥੋਂ ਅਸੀਂ ਸਾਰੀਆਂ ਗੱਲਾਂ ਅਡੋਪਟ ਕਰਦੇ ਹਾਂ ਜੋ ਸਾਡੀ ਸੁਸਾਇਟੀ ਦੇ ਵਿੱਚ, ਜੋ ਸਾਡੀ ਸੁਸਾਇਟੀ ਅਸੈਪਟ ਵੀ ਕਰਦੀ ਹੈ। ਅਤੇ ਇਹਦੇ ਨਾਲ ਕੀ ਹੁੰਦਾ ਹੈ, ਸਮਾਜੀਕਰਨ, ਸੋਸ਼ਲਾਈਜੇਸ਼ਨ। ਅਸੀਂ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਵਿਚਰਨਾ ਸਿੱਖਦੇ ਹਾਂ। ਨੈਕਸਟ ਹੈ ਥਰੂ ਐਨਕਲਚਰੇਸ਼ਨ ਵੀ ਲਰਨ what behaviors, values, languages and morals are acceptable in our society। ਮੀਨਸ ਹੈ ਇਹਦਾ ਹੈਡਿੰਗ ਪ੍ਰੋਸੈਸ ਆਫ ਬਿਹੇਵੀਅਰ। ਹੁਣ ਐਨਕਲਚਰੇਸ਼ਨ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਨਾਲ ਅਸੀਂ ਇਹ ਸਿੱਖਦੇ ਹਾਂ ਵੀ ਕਿ ਬਿਹੇਵੀਅਰ ਕੀ ਹੈ, ਵੈਲਿਊਜ਼ ਕਿਹੜੀਆਂ ਨੇ, ਕੀ ਲੈਂਗੁਏਜ ਹੈ ਅਤੇ ਕਿਹੜੇ ਮੋਰਲਸ ਨੇ ਜਿਹੜੇ ਕਿ ਸਾਡੀ ਸੁਸਾਇਟੀ ਦੁਆਰਾ ਅਸੈਪਟ ਕੀਤੇ ਜਾਂਦੇ ਨੇ। ਉਹਨਾਂ ਨੂੰ ਹੀ ਇੱਕ ਬੱਚੇ ਨੇ, ਇੱਕ ਵਿਦਿਆਰਥੀ ਨੇ, ਇੱਕ ਵਿਅਕਤੀ ਨੇ ਅਡੋਪਟ ਕਰਨਾ ਹੁੰਦਾ ਹੈ। ਨੈਕਸਟ ਹੈ ਇਟ ਹੈਜ਼ 2 ਮੋਡਸ। ਇਹਦੇ ਜਿਹੜੇ 2 ਮੋਡ ਨੇ, ਸਭ ਤੋਂ ਪਹਿਲਾ ਹੈ ਇਨਫੋਰਮਲ ਅਤੇ ਦੂਸਰਾ ਹੈ ਨੋਨ ਫੋਰਮਲ। ਹੁਣ ਜਿਹੜੇ ਦੇ 2 ਮੋਡ ਨੇ ਇਹਨਾਂ ਦੇ ਵਿੱਚ ਰੂਪ ਕਹਿ ਲਓ, ਇੱਕ ਹੈ ਰਸਮੀ ਅਤੇ ਦੂਸਰਾ ਹੈ ਗੈਰ ਰਸਮੀ। ਇਨਫੋਰਮਲ ਮੀਨਸ ਕੋਈ ਵੀ ਜਿਹੜੀ ਔਰਗਨਾਈਜ਼ਡ ਜਾਂ ਵਿਵਸਥਿਤ, ਮੀਨਸ ਪੂਰੇ ਤਰੀਕੇ ਨਾਲ ਪਲੈਨਡ ਜਿਹੜੀ ਵਿਦਿਅਕ ਗਤੀਵਿਧੀ ਹੁੰਦੀ ਆ ਉਹਨੂੰ ਅਸੀਂ ਕਹਾਂਗੇ ਇਨਫੋਰਮਲ। ਮੀਨਸ ਜਿਹਦੇ ਵਿੱਚ ਜਿਹੜੀਆਂ ਸਾਰੀਆਂ ਫਾਰਮੈਲਿਟੀਜ਼ ਨੇ ਉਹ ਕੀਤੀਆਂ ਜਾਂਦੀਆਂ ਨੇ। ਅਤੇ ਇਹ ਜਿਵੇਂ ਕਿ ਅਸੀਂ ਸਕੂਲ ਦੇ ਵਿੱਚ ਸਟੱਡੀ ਕਰਦੇ ਹਾਂ ਤਾਂ ਉਹ ਕਿਸ ਤਰੀਕੇ ਦੀ ਹੋਏਗੀ, ਇਨਫੋਰਮਲ, ਕਿਉਂਕਿ ਉਹਦੇ ਵਿੱਚ ਪ੍ਰੋਪਰ ਟਾਈਮ ਟੇਬਲ ਹੁੰਦਾ ਹੈ, ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਕੀ ਪੜ੍ਹਨਾ ਕੀ ਨਹੀਂ ਪੜ੍ਹਨਾ, ਐਵਰੀਥਿੰਗ ਇਜ਼ ਵੈਲ ਪਲੈਨਡ। ਹੁਣ ਜਿਹੜੀ ਨੋਨ ਫੋਰਮਲ ਹੈ ਉਹ ਕਿਸੇ ਵੀ ਕੰਟਰੀ ਦੀ, ਸਟੇਟ ਦੀ ਜਾਂ ਕਿਸੇ ਕੋਈ ਏਰੀਏ ਦੀ ਜਿਹੜੀ ਪਾਪੂਲੇਸ਼ਨ ਆ ਉਹਦੇ ਖਾਸ ਜਿਹੜੇ ਉਪ ਸਮੂਹ ਹੁੰਦੇ ਨੇ, ਸਬ ਗਰੁੱਪਸ ਹੁੰਦੇ ਨੇ, ਉਹਨਾਂ ਦੇ ਜਿਹੜੇ ਅਡਲਟਸ ਹੁੰਦੇ ਨੇ, ਬੱਚੇ ਹੁੰਦੇ ਨੇ, ਉਹਨਾਂ ਨੂੰ ਕੋਈ ਜਿਹੜੀ ਸਿਲੈਕਟਿਵ ਜਿਹੀ ਟ੍ਰੇਨਿੰਗ ਕਰਵਾਉਣਾ, ਇਹ ਹੋਏਗਾ ਨੋਨ ਫੋਰਮਲ। ਨੈਕਸਟ ਹੈ ਯੂਨੀਵਰਸਲ। ਯੂਨੀਵਰਸਲ ਮੀਨਸ ਇਹ ਹਰ ਇੱਕ ਸੁਸਾਇਟੀ ਦੇ ਵਿੱਚ ਹੈ, ਭਾਵੇਂ ਅਸੀਂ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ। ਐਨਕਲਚਰੇਸ਼ਨ ਕੀ ਹੈ, ਇਹ ਸਾਰੀਆਂ ਥਾਵਾਂ 'ਤੇ ਹੈ, ਭਾਵੇਂ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਓ, ਕਿਸੇ ਵੀ ਕੋਈ ਸਲਮ ਏਰੀਆ ਉੱਥੇ ਚਲੇ ਜਾਓ, ਕੋਈ ਬੈਕਵਰਡ ਏਰੀਆ ਉੱਥੇ ਚੱਲ ਜਾਓ, ਕੋਈ ਫਾਰਵਰਡ ਕੰਟਰੀਜ਼ ਨੇ, ਡਿਵੈਲਪਡ ਕੰਟਰੀਜ਼ ਨੇ, ਤਾਂ ਜਿਹੜਾ ਐਨਕਲਚਰੇਸ਼ਨ ਆ ਉਹ ਤੁਹਾਨੂੰ ਸਾਰੀਆਂ ਥਾਵਾਂ 'ਤੇ ਹੀ ਮਿਲੇਗਾ। ਨੈਕਸਟ ਹੈ ਚੇਂਜਸ ਇਨ ਕਲਚਰ। ਜਿਹੜੀ ਸੰਸਕ੍ਰਿਤੀਕਰਨ ਆ ਉਹ ਸੱਭਿਆਚਾਰ ਦੇ ਵਿੱਚ ਤਬਦੀਲੀਆਂ ਵੀ ਪੈਦਾ ਕਰਦਾ ਹੈ, ਜਿਹੜੇ ਕਿ ਵਿਅਕਤੀ ਦੇ ਦੂਜੇ ਜੀਵਨ ਕਾਲ ਦੇ ਦੌਰਾਨ ਵਾਪਰਦੀਆਂ ਹਨ। ਦੂਜੇ ਜੀਵਨ ਕਾਲ ਦੇ ਦੌਰਾਨ ਵਾਪਰਨ ਦਾ ਮਤਲਬ ਕਿ ਵਿਅਕਤੀ ਇੱਕ ਕਲਚਰ ਦੇ ਵਿੱਚ ਤਾਂ ਪੈਦਾ ਹੁੰਦਾ ਹੈ, ਉੱਥੋਂ ਬਾਰੇ ਉਹਨੂੰ ਜਿਹੜੀ ਪੂਰੀ ਨੌਲੇਜ ਆ ਉਹ ਹੁੰਦੀ ਹੈ, ਬਟ ਜਦੋਂ ਉਹ ਦੂਸਰੇ ਕਲਚਰ ਦੇ ਵਿੱਚ ਜਾਂਦਾ ਹੈ ਤਾਂ ਉਹਦੇ ਅਕੋਰਡਿੰਗ
ਕੀ ਹੁੰਦਾ ਹੈ, ਸੱਭਿਆਚਾਰ ਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹ ਆਉਂਦੀਆਂ ਨੇ। ਨੈਕਸਟ ਹੈ ਐਨਕਲਚਰੇਸ਼ਨ ਇਜ਼ ਅਡੋਪਟਿੰਗ ਔਰ ਲਰਨਿੰਗ ਅਨਦਰ ਕਲਚਰ। ਹੁਣ ਐਨਕਲਚਰੇਸ਼ਨ ਕੀ ਹੈ, ਵੀ ਕਿਸੇ ਦੂਸਰੇ ਕਲਚਰ ਨੂੰ ਸਿੱਖਣਾ, ਅਡੋਪਟ ਕਰਨਾ ਅਤੇ ਉਹਨੂੰ ਜਿਹੜੇ ਉਹਦੇ ਸਿਧਾਂਤ ਨੇ ਉਹਨੂੰ ਬਣਾਈ ਰੱਖਣ ਦਾ ਇੱਕ ਪ੍ਰੋਸੈਸ ਹੈ। ਨੈਕਸਟ ਹੈ ਕੰਟੀਨਿਊਸ ਪ੍ਰੋਸੈਸ। ਐਨਕਲਚਰੇਸ਼ਨ ਕੀ ਹੈ, ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ, ਮੀਨਜ਼ ਇਹ ਲਗਾਤਾਰ ਵਾਪਰਦਾ ਰਹਿਣ ਵਾਲਾ ਇੱਕ ਪ੍ਰੋਸੈਸ ਹੈ। ਨੈਕਸਟ ਹੈ ਐਨਾਲੀਟੀਕਲ ਇੰਸਟਰੂਮੈਂਟ, ਵਿਸ਼ਲੇਸ਼ਣਾਤਮਕ ਔਜ਼ਾਰ। ਸੱਭਿਆਚਾਰ ਪ੍ਰਕਿਰਿਆ ਨੂੰ ਸਮਝਣ ਦੇ ਲਈ ਜਿਹੜਾ ਇਹ ਵਿਸ਼ਲੇਸ਼ਣਾਤਮਕ ਔਜ਼ਾਰ ਵੀ ਇਹਨੂੰ ਕਿਹਾ ਜਾਂਦਾ ਹੈ, ਕਿਹਨੂੰ, ਐਨਕਲਚਰੇਸ਼ਨ। ਇਹਦੀ ਜਿਹੜੀ ਉਤਪੱਤੀ ਹੈ ਅਤੇ ਇਹਦਾ ਜਿਹੜਾ ਪ੍ਰਯੋਗ ਹੈ ਉਹ ਜਿਹੜੇ ਹਿਊਮਨ ਵਿਗਿਆਨਿਕ ਨੇ, ਮੀਨਜ਼ ਆਪ ਹੀ ਨੇ ਲੋਕ ਜਿਹੜੇ ਕਿ ਇਹਨੂੰ ਯੂਜ਼ ਕਰਦੇ ਨੇ। ਯੂਜ਼ ਕਰਨਾ ਮਤਲਬ ਜਿਵੇਂ ਕਿ ਅਸੀਂ ਦੇਖੋ ਇੱਕ ਸੁਸਾਇਟੀ ਤੋਂ ਦੂਸਰੀ ਸੁਸਾਇਟੀ, ਜਾਂ ਇੱਕ ਸੁਸਾਇਟੀ ਬਾਰੇ ਅਸੀਂ ਪੜ੍ਹਿਆ, ਭਾਵੇਂ ਸਿੱਖਿਆ, ਭਾਵੇਂ ਦੂਸਰਿਆਂ ਨਾਲ ਗੱਲਬਾਤ ਕਰੀ, ਜਾਂ ਅਸੀਂ ਕਿਤੋਂ ਗੂਗਲ ਤੋਂ ਸਰਚ ਕਰਕੇ ਲੱਭਿਆ, ਤਾਂ ਦੂਸਰੀ ਜਿਹੜੀ ਸੁਸਾਇਟੀ ਹੈ ਉਹਦਾ ਕਲਚਰ, ਹੁਣ ਇਹਨਾਂ ਦੇ ਵਿੱਚ ਇਹਨਾਂ ਨੂੰ ਯੂਜ਼ ਕੌਣ ਕਰ ਰਿਹਾ, ਇਹਦੀ ਉਤਪੱਤੀ ਕਿੱਥੋਂ ਹੋ ਰਹੀ ਹੈ, ਹਿਊਮਨ ਬੀਇੰਗ ਤੋਂ। ਇਸ ਕਰਕੇ ਇਹਨੂੰ ਇੱਕ ਜਿਹੜਾ ਐਨਾਲੀਟੀਕਲ ਇੰਸਟਰੂਮੈਂਟ ਵੀ ਕਿਹਾ ਜਾਂਦਾ ਹੈ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਟੌਪਿਕ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਕਮੀ ਲੱਗਦੀ ਹੈ, ਕੋਈ ਪ੍ਰੋਬਲਮ ਹੈ, ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ। ਥੈਂਕਸ ਫॉर ਵਾਚਿੰਗ।